ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਹੀ ਪਿਆਰੇ ਵਿਦਿਆਰਥੀਓ, ਅੱਜ ਆਪਾਂ ਤੁਹਾਡੇ ਪੰਜਾਬੀ ਵਿਸ਼ੇ ਦੇ ਬਹੁਤ ਹੀ ਮਹੱਤਵਪੂਰਨ ਇੱਕ ਉਪ ਵਿਸ਼ੇ ਬਾਰੇ ਗੱਲ ਕਰਾਂਗੇ ਔਰ ਉਹ ਉਪ ਵਿਸ਼ਾ ਹੈ ਪੱਤਰ ਔਰ ਬਿਨੇ ਪੱਤਰ, ਕਿ ਕਿਸ ਤਰੀਕੇ ਆਪਾਂ ਪੱਤਰ ਔਰ ਬਿਨੇ ਪੱਤਰ ਲਿਖ ਸਕਦੇ ਹਾਂ ਔਰ ਵਧੀਆ ਤਰੀਕੇ ਨਾਲ ਲਿਖ ਕੇ ਅਸੀਂ ਕਿਵੇਂ ਆਪਣੇ ਅਧਿਆਪਕ ਦੇ ਅੱਗੇ ਪੇਸ਼ ਕਰਕੇ ਵਧੀਆ ਨੰਬਰ ਪ੍ਰਾਪਤ ਕਰ ਸਕਦੇ ਹਾਂ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੱਤਰ ਅਤੇ ਬਿਨੇ ਪੱਤਰ ਅੱਜ ਕੱਲ੍ਹ ਇਹਨਾਂ ਦਾ ਥੋੜ੍ਹਾ ਜਿਹਾ ਚੱਲਣ ਹੈ ਉਹ ਘੱਟ ਚੁੱਕਿਆ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਲੋਕ ਅੱਜ ਕੱਲ੍ਹ ਈਮੇਲ ਦੀ ਵਰਤੋਂ ਕਰਦੇ ਆ, SMS ਦੀ ਵਰਤੋਂ ਕਰਦੇ ਆ, ਹੋਰ ਵੀ ਕਈ ਤਰ੍ਹਾਂ ਦੇ ਸੋਸ਼ਲ ਮੀਡੀਆ ਦੇ ਉੱਪਰ ਪਲੇਟਫਾਰਮ ਹੈਗੇ ਆ ਜਿਹਦੇ ਉੱਪਰ ਅੱਜ ਕੱਲ੍ਹ ਲੋਕ ਮੈਸੇਜ ਇੱਕ ਦੂਜੇ ਨੂੰ ਭੇਜਣ ਲਈ ਇਹਦੀ ਵਰਤੋਂ ਕਰਦੇ ਆ। ਪਰ ਕਿਉਂਕਿ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੇ ਅਨੁਸਾਰ ਚੱਲਦੇ ਹਾਂ ਔਰ ਸਾਡੇ ਸਿਲੇਬਸ ਦੇ ਵਿੱਚ ਪੱਤਰ ਔਰ ਬਿਨੇ ਪੱਤਰ ਦਰਜ ਹੁੰਦੇ ਆ, ਤਾਂ ਉਹਦੇ ਆਧਾਰ 'ਤੇ ਆਪਾਂ ਅੱਜ ਗੱਲ ਕਰਾਂਗੇ ਕਿ ਕਿਵੇਂ ਇੱਕ ਪੱਤਰ ਔਰ ਬਿਨੇ ਪੱਤਰ ਨੂੰ ਵਧੀਆ ਤਰੀਕੇ ਨਾਲ ਆਪਾਂ ਲਿਖ ਸਕਦੇ ਹਾਂ, ਉਹਨਾਂ ਦੀ ਕਿਹੜੀਆਂ-ਕਿਹੜੀਆਂ ਗੱਲਾਂ ਦਾ ਆਪਾਂ ਧਿਆਨ ਰੱਖ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ, ਆਪਾਂ ਗੱਲ ਕਰਾਂਗੇ ਕਿ ਪੱਤਰ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਜਾਂ ਬਿਨੇ ਪੱਤਰ ਕਿੰਨੇ ਤਰ੍ਹਾਂ ਦੇ ਹੁੰਦੇ ਹਨ। ਮੁੱਖ ਰੂਪ ਵਿੱਚ ਜਿਹੜੀਆਂ ਚਿੱਠੀਆਂ ਹੁੰਦੀਆਂ ਉਹ ਪਿਆਰੇ ਵਿਦਿਆਰਥੀਓ 3 ਪ੍ਰਕਾਰ ਦੀਆਂ ਹੁੰਦੀਆਂ। ਨੰਬਰ 1, ਨਿੱਜੀ ਚਿੱਠੀਆਂ। ਉਹ ਚਿੱਠੀਆਂ ਜਿਹੜੀਆਂ ਅਸੀਂ ਆਪਣੇ ਰਿਸ਼ਤੇਦਾਰ, ਦੋਸਤ ਮਿੱਤਰ ਜਾਂ ਭੈਣ ਭਰਾਵਾਂ ਨੂੰ ਲਿਖਦੇ ਹਾਂ, ਉਹਨਾਂ ਨੂੰ ਅਸੀਂ ਨਿੱਜੀ ਚਿੱਠੀਆਂ ਵੀ ਕਹਿੰਦੇ ਹਾਂ। ਦੂਜੇ ਤਰ੍ਹਾਂ ਦੀ ਜਿਹੜੀ ਕਿਸਮ ਹੈ ਉਹ ਹੈ ਸਰਕਾਰੀ ਚਿੱਠੀਆਂ। ਸਰਕਾਰੀ ਚਿੱਠੀਆਂ ਜਿਹਦੇ ਵਿੱਚ ਪ੍ਰਾਰਥਨਾ ਪੱਤਰ ਆ ਜਾਂਦੇ ਆ, ਜਿਹਦੇ ਵਿੱਚ ਅਸੀਂ ਬੇਨਤੀ ਪੱਤਰ ਕਰਦੇ ਹਾਂ, ਜਿੱਦਾਂ ਆਪਾਂ ਸਕੂਲ ਦੇ ਵਿੱਚ ਬੇਨਤੀ ਕਰਦੇ ਹਾਂ ਜਾਂ ਜਿੱਦਾਂ ਆਪਾਂ ਸਾਈਕਲ ਚੋਰੀ ਦੀ ਰਿਪੋਰਟ ਲਿਖਵਾਉਣੇ ਆ SHO ਸਾਹਿਬ ਨੂੰ ਜਾਂ ਡਾਕੀ ਦੀ ਸ਼ਿਕਾਇਤ ਕਰਨ ਨੂੰ ਮੁੱਖ ਪੋਸਟ ਅਫਸਰ ਨੂੰ ਕਹਿੰਦੇ ਹਾਂ ਅਸੀਂ, ਤਾਂ ਸਾਰੇ ਆਪਣੇ ਕੀ ਹੁੰਦੇ ਆ, ਇਹ ਪ੍ਰਾਰਥਨਾ ਪੱਤਰ ਹੁੰਦੇ ਆ ਜਿਹੜੇ ਅਸੀਂ ਲਿਖਦੇ ਹਾਂ ਔਰ ਆਪਣੀ ਗੱਲ ਸਰਕਾਰੀ ਅਫਸਰਾਂ ਦੇ ਅੱਗੇ ਪੇਸ਼ ਕਰਦੇ ਹਾਂ। ਤਾਂ ਤੀਜੇ ਤਰ੍ਹਾਂ ਦੀ ਚਿੱਠੀ ਜਿਹੜੀ ਹੈ ਪਿਆਰੇ ਵਿਦਿਆਰਥੀਓ, ਉਹ ਹੈ ਵਪਾਰਕ ਚਿੱਠੀਆਂ। ਔਰ ਵਪਾਰਕ ਚਿੱਠੀਆਂ ਜਿਹੜੀਆਂ ਹੁੰਦੀਆਂ ਉਹ ਵਪਾਰ ਨਾਲ ਸੰਬੰਧਿਤ ਹੁੰਦੀਆਂ। ਇਸ ਤਰ੍ਹਾਂ ਦੀਆਂ ਚਿੱਠੀਆਂ ਆਮ ਤੌਰ 'ਤੇ ਵਪਾਰ ਨੂੰ ਪ੍ਰਫੁੱਲਤ ਕਰਨ ਲਈ ਜਾਂ ਵਪਾਰ ਦਾ ਲੈਣ ਦੇਣ ਕਰਨ ਲਈ ਹੁੰਦੀਆਂ। ਜਿਸ ਤਰ੍ਹਾਂ ਕੋਈ ਇੱਕ ਵਪਾਰੀ ਆਪਣੇ ਗਾਹਕ ਨੂੰ ਕੋਈ ਵਸਤੂ ਭੇਜ ਰਿਹਾ ਤਾਂ ਉੱਦਾਂ ਦੀ ਵੀ ਚਿੱਠੀ ਹੋ ਸਕਦੀ ਹੈ, ਜਾਂ ਗਾਹਕ ਆਪਣੇ ਦੁਕਾਨਦਾਰ ਨੂੰ ਕੋਈ ਚਿੱਠੀ ਲਿਖ ਰਿਹਾ ਵਪਾਰ ਨਾਲ ਸੰਬੰਧਿਤ, ਤਾਂ ਉਹ ਵੀ ਵਪਾਰਕ ਚਿੱਠੀਆਂ ਦੀ ਕੈਟਾਗਰੀ 'ਚ ਆਉਂਦੇ ਆ। ਤਾਂ 3 ਤਰ੍ਹਾਂ ਦੀਆਂ ਆਪਾਂ ਜਿਹੜੀਆਂ ਚਿੱਠੀਆਂ ਹੁੰਦੀਆਂ ਉਹ ਦੇਖਦੇ ਹਾਂ। ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਅੱਜ ਆਪਾਂ ਗੱਲ ਕਰਾਂਗੇ ਵੀ ਚਿੱਠੀਆਂ ਜਿਹੜੀਆਂ ਹੁੰਦੀਆਂ ਉਹ ਅਸੀਂ ਕਿਸ ਤਰ੍ਹਾਂ ਉਹਨੂੰ ਸ਼ੁਰੂ ਕਰਦੇ ਹਾਂ ਔਰ ਕਿਸ ਤਰ੍ਹਾਂ ਉਹਦੇ ਅੰਤ 'ਤੇ ਅਸੀਂ ਉਹਦੀ ਵਰਤੋਂ ਕਰਦੇ ਔਰ ਕਿਸ ਤਰ੍ਹਾਂ ਅਸੀਂ ਅਖੀਰ 'ਤੇ ਉਹਨਾਂ ਨੂੰ ਲਿਖਦੇ ਹੁੰਦੇ ਹਾਂ। ਇਹ ਸਾਰੀ ਗੱਲ ਅੱਜ ਆਪਾਂ ਇਹਦੇ ਵਿੱਚ ਕਰਾਂਗੇ ਕਿ ਇੱਕ ਚਿੱਠੀ ਨੂੰ ਅਸੀਂ ਕਿਸ ਤਰ੍ਹਾਂ ਲਿਖਾਂਗੇ। ਦੇਖੋ, ਜਿਵੇਂ ਕਿ ਅਸੀਂ ਲਿਖਦੇ ਹਾਂ ਵੀ ਨਿੱਜੀ ਚਿੱਠੀਆਂ ਨੂੰ ਅਸੀਂ ਜਦੋਂ ਸ਼ੁਰੂ ਕਰਨਾ ਹੈ ਤਾਂ ਅਸੀਂ ਕਿਹਨੂੰ ਨਿੱਜੀ ਚਿੱਠੀ ਜਿਹੜੀ ਹੈ ਉਹ ਲਿਖ ਸਕਦੇ ਹਾਂ। ਤਾਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਨਿੱਜੀ ਚਿੱਠੀ ਅਸੀਂ ਆਪਦੇ ਪਿਤਾ ਜੀ, ਮਾਤਾ ਜੀ, ਭੈਣ ਭਰਾ, ਦੋਸਤ ਮਿੱਤਰ, ਰਿਸ਼ਤੇਦਾਰ, ਉਹਨਾਂ ਸਾਰਿਆਂ ਨੂੰ ਆਪਾਂ ਜਿਹੜੀਆਂ ਚਿੱਠੀਆਂ ਲਿਖਦੇ ਹਾਂ ਉਹ ਸਾਰੀਆਂ ਨਿੱਜੀ ਚਿੱਠੀਆਂ ਹੁੰਦੀਆਂ। ਔਰ ਇਹਦੇ ਆਰੰਭ ਵਿੱਚ ਕੀ ਲਿਖਦੇ ਹਾਂ ਔਰ ਅੰਤ ਵਿੱਚ ਕੀ ਲਿਖਦੇ ਹਾਂ, ਇਹਦੇ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਜੇ ਅਸੀਂ ਪਿਤਾ ਜੀ ਨੂੰ ਚਿੱਠੀ ਲਿਖ ਰਹੇ ਹਾਂ ਤਾਂ ਜਿੱਦਾਂ ਕਿ ਪਿਤਾ ਜੀ ਸਾਡੇ ਤੋਂ ਵੱਡੇ ਨੇ ਤਾਂ ਅਸੀਂ ਸ਼ੁਰੂ ਵਿੱਚ ਉਹਨਾਂ ਨੂੰ ਲਿਖਾਂਗੇ ਕਿ ਮਾਣਯੋਗ ਜਾਂ ਸਤਿਕਾਰਯੋਗ ਪਿਤਾ ਜੀ। ਇਸੇ ਤਰ੍ਹਾਂ ਜਦੋਂ ਇਸ ਚਿੱਠੀ ਦਾ ਆਪਾਂ ਅੰਤ ਕਰਾਂਗੇ ਤਾਂ ਅੰਤ 'ਤੇ ਅਸੀਂ ਪਿਤਾ ਜੀ ਨੂੰ ਕੀ ਲਿਖਾਂਗੇ, ਆਪ ਦਾ ਪਿਆਰਾ ਪੁੱਤਰ। ਇਸੇ ਤਰ੍ਹਾਂ ਜਦੋਂ ਅਸੀਂ ਚਿੱਠੀ ਲਿਖ ਰਹੇ ਹਾਂ ਆਪਣੇ ਮਾਤਾ ਜੀ ਨੂੰ ਤਾਂ ਉਸੇ ਤਰ੍ਹਾਂ ਸਤਿਕਾਰਯੋਗ ਜਾਂ ਪੂਜਨੀਕ ਮਾਤਾ ਜੀ ਆ ਜਾਏਗਾ ਔਰ ਅੰਤ 'ਤੇ ਆਪ ਦਾ ਪਿਆਰਾ ਪੁੱਤਰ ਆ ਜਾਏਗਾ। ਔਰ ਜੇ ਲੜਕੀਆਂ ਲਿਖ ਰਹੀਆਂ ਤਾਂ ਉਹ ਆਪ ਜੀ ਦੀ ਪਿਆਰੀ ਪੁੱਤਰੀ ਲਿਖ ਸਕਦੀਆਂ। ਇਸ ਤੋਂ ਇਲਾਵਾ ਅਸੀਂ ਵੱਡੇ ਭਰਾ ਨੂੰ ਲਿਖ ਰਹੇ ਹਾਂ, ਜਿੱਦਾਂ ਉਹ ਵੀ ਸਾਡੇ ਤੋਂ ਵੱਡੇ ਆ ਤਾਂ ਉਹ ਵੀ ਅਸੀਂ ਪਿਆਰੇ ਵੀਰ ਜੀ ਕਹਿ ਸਕਦੇ ਹਾਂ। ਔਰ ਉਸ ਤੋਂ ਬਾਅਦ ਅੰਤ 'ਤੇ ਤੁਹਾਡਾ ਛੋਟਾ ਭਰਾ ਜਾਂ ਤੁਹਾਡਾ ਛੋਟਾ ਵੀਰ। ਇਸ ਤੋਂ ਅੱਗੇ ਛੋਟੇ ਭਰਾ ਨੂੰ ਜੇ ਅਸੀਂ ਲਿਖਣੀ ਹੁੰਦੀ ਹੈ ਤਾਂ ਛੋਟੇ ਭਰਾ ਨੂੰ ਅਸੀਂ ਲਿਖਾਂਗੇ ਪਿਆਰੇ, ਕਿਉਂਕਿ ਉਹ ਸਾਡੇ ਤੋਂ ਛੋਟਾ ਹੈ, ਇਸ ਕਰਕੇ ਅਸੀਂ ਉਹਨੂੰ ਉਹਦਾ ਨਾਮ ਲੈ ਕੇ ਵੀ ਬੁਲਾ ਸਕਦੇ ਹਾਂ, ਜਿੱਦਾਂ ਪਿਆਰੇ ਰਾਮ, ਪਿਆਰੇ ਸੁਰਜੀਤ, ਕੋਈ ਵੀ ਤੁਸੀਂ ਜਿਹੜਾ ਵੀ ਤੁਹਾਡੇ ਭਰਾ ਦਾ ਨਾਮ ਹੈਗਾ ਉਹ ਤੁਸੀਂ ਇਸ ਚਿੱਠੀ ਦੇ ਵਿੱਚ ਦਰਜ ਕਰ ਸਕਦੇ ਹੋ। ਤਾਂ ਅੰਤ 'ਤੇ ਆਪਾਂ ਕੀ ਲਿਖਾਂਗੇ, ਤੇਰਾ ਵੱਡਾ ਵੀਰ। ਤਾਂ ਇਸ ਤਰ੍ਹਾਂ ਅੱਗੇ ਆਪਾਂ ਹੈਗਾ ਕਿ ਆਪਾਂ ਮਿੱਤਰ ਨੂੰ ਲਿਖ ਰਹੇ ਹਾਂ ਤਾਂ ਮਿੱਤਰ ਨੂੰ ਅਸੀਂ ਕੀ ਕਹਾਂਗੇ, ਆਰੰਭ ਕਰਨ ਲੱਗੇ ਲਿਖਾਂਗੇ ਪਿਆਰੇ ਦੋਸਤ ਜਾਂ ਪਿਆਰੇ ਮਿੱਤਰ। ਇੱਥੇ ਅਸੀਂ ਉਹਦਾ ਨਾਮ ਵੀ ਲਿਖ ਸਕਦੇ ਹਾਂ,
प्यारे दोस्त ਉਹਦਾ ਨਾਮ ਵੀ ਲਿਖ ਸਕਦੇ, ਜਿੱਦਾਂ ਪਿਆਰੇ ਦੋਸਤ ਮਨਜੀਤ, ਤੁਸੀਂ ਇੱਦਾਂ ਵੀ ਲਿਖ ਸਕਦੇ ਹੋ। ਅਤੇ ਇਸ ਤਰ੍ਹਾਂ ਜਦੋਂ ਆਪਾਂ ਅਖੀਰ ਕਰਨਾ ਹੈ, ਅੰਤ ਲਿਖਣਾ ਹੈ, ਤਾਂ ਅੰਤ 'ਤੇ ਆਪਾਂ ਲਿਖਾਂਗੇ ਤੇਰਾ ਮਿੱਤਰ। ਠੀਕ ਹੈ ਜੀ। ਤਾਂ ਇਸੇ ਤਰ੍ਹਾਂ ਅਗਲੀ ਚਿੱਠੀ ਦੀ ਆਪਣੇ ਲਿਖਣ ਦੇ ਢੰਗ ਹੈਗਾ ਕਿ ਜਿੱਦਾਂ ਆਪਾਂ ਕਿਸੇ ਰਿਸ਼ਤੇਦਾਰ ਨੂੰ ਲਿਖ ਰਹੇ ਹਾਂ, ਤਾਂ ਰਿਸ਼ਤੇਦਾਰ ਉਹ ਕੋਈ ਵੀ ਹੋ ਸਕਦਾ, ਚਾਹੇ ਉਹ ਤੁਹਾਡਾ ਚਾਚਾ ਜੀ ਹੈ, ਚਾਹੇ ਤੁਹਾਡੇ ਮਾਤਾ ਜੀ ਹੈ, ਚਾਹੇ ਤੁਹਾਡੇ ਪਿਤਾ ਜੀ ਹੈ, ਚਾਹੇ ਤੁਹਾਡਾ ਵੱਡਾ ਭਰਾ ਹੈ, ਜਾਂ ਕੋਈ ਵੀ ਰਿਸ਼ਤੇਦਾਰ ਤੁਹਾਡਾ ਹੋ ਸਕਦਾ, ਕੋਈ ਮਾਮਾ ਹੋ ਸਕਦਾ, ਕੋਈ ਮਾਮੀ ਹੋ ਸਕਦੀ, ਕੋਈ ਵੀ ਰਿਸ਼ਤੇਦਾਰ ਤੁਹਾਡਾ ਹੈਗਾ, ਤਾਂ ਤੁਸੀਂ ਉੱਥੇ ਰਿਸ਼ਤਾ ਲਿਖਣਾ। ਜਿੱਦਾਂ ਆਪਾਂ ਲਿਖਿਆ ਸਤਿਕਾਰਯੋਗ, ਤਾਂ ਖਾਲੀ ਜਗ੍ਹਾ ਛੱਡੀ ਔਰ ਬਰੈਕਟ 'ਚ ਆਪਾਂ ਲਿਖਿਆ ਹੋਇਆ ਰਿਸ਼ਤਾ, ਤਾਂ ਭਾਵ ਕਿ ਜੇ ਤੁਸੀਂ ਆਪਦੇ ਚਾਚਾ ਜੀ ਨੂੰ ਲਿਖ ਰਹੇ ਹੋ ਤਾਂ ਸਤਿਕਾਰਯੋਗ ਚਾਚਾ ਜੀ ਲਿਖਣਾ। ਆਪਾਂ ਇੱਥੇ ਧਿਆਨ ਰੱਖਣਾ ਪਿਆਰੇ ਵਿਦਿਆਰਥੀਓ, ਜਦੋਂ ਅਸੀਂ ਆਪਣੇ ਤੋਂ ਵੱਡੇ ਨੂੰ ਕੋਈ ਚਿੱਠੀ ਲਿਖ ਰਹੇ ਹੁੰਦੇ ਹਾਂ ਤਾਂ ਉੱਥੇ ਅਸੀਂ ਕਦੇ ਵੀ ਉਹਨਾਂ ਦਾ ਨਾਮ ਵਿੱਚ ਦਰਜ ਨਹੀਂ ਕਰਨਾ ਹੁੰਦਾ। ਸਤਿਕਾਰਯੋਗ ਲਿਖ ਕੇ ਉਸ ਤੋਂ ਅੱਗੇ ਅਸੀਂ ਉਹਨਾਂ ਦਾ ਜੋ ਸਾਡਾ ਉਹਨਾਂ ਨਾਲ ਰਿਸ਼ਤਾ ਹੈ ਉਹਦੇ ਬਾਰੇ ਅਸੀਂ ਲਿਖਾਂਗੇ ਕਿ ਸਤਿਕਾਰਯੋਗ ਮਾਮਾ ਜੀ, ਜਾਂ ਸਤਿਕਾਰਯੋਗ ਚਾਚਾ ਜੀ, ਜਾਂ ਸਤਿਕਾਰਯੋਗ ਮਾਤਾ ਪਿਤਾ ਜੀ, ਜੋ ਵੀ ਅਸੀਂ ਲਿਖ ਰਹੇ ਹਾਂ। ਔਰ ਇਸੇ ਤਰ੍ਹਾਂ ਜਦੋਂ ਅਖੀਰ ਅਸੀਂ ਕਰਦੇ ਹਾਂ ਇਸ ਤਰ੍ਹਾਂ ਦੀ ਨਿੱਜੀ ਪੱਤਰਾਂ ਦੀ, ਤਾਂ ਆਪ ਦਾ ਜਿੱਦਾਂ ਰਿਸ਼ਤਾ ਹੈ ਬਰੈਕਟ ਦੇ, ਹੁਣ ਰਿਸ਼ਤਾ ਭਾਵ ਕਿ ਜੇ ਤੁਸੀਂ ਆਪਦੇ ਚਾਚਾ ਜੀ ਨੂੰ ਲਿਖ ਰਹੇ ਹੋ ਤਾਂ ਅਸੀਂ ਉੱਥੇ ਕੀ ਲਿਖਾਂਗੇ, ਆਪ ਦਾ ਭਤੀਜਾ ਜਾਂ ਆਪ ਦੀ ਭਤੀਜੀ। ਇਸੇ ਤਰ੍ਹਾਂ ਜੇ ਮਾਮਾ ਜੀ ਨੂੰ ਲਿਖ ਰਹੇ ਹੋ ਤਾਂ ਆਪ ਦਾ ਭਾਣਜਾ ਜਾਂ ਆਪ ਦੀ ਭਾਣਜੀ। ਇਸ ਤਰ੍ਹਾਂ ਤੁਸੀਂ ਅੰਤ 'ਤੇ ਲਿਖਣਾ। ਤਾਂ ਇਸ ਤਰ੍ਹਾਂ ਅੱਗੇ ਹੈਗਾ, ਤੁਸੀਂ ਕਿਸੇ ਅਣਜਾਣ ਨੂੰ ਚਿੱਠੀ ਲਿਖ ਰਹੇ ਹੋ, ਤਾਂ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਮੁੱਖ ਥਾਣਾ ਅਫਸਰ ਨੂੰ ਅਸੀਂ ਲਿਖ ਰਹੇ ਹਾਂ, ਜਾਂ ਅਸੀਂ ਪੋਸਟ ਅਫਸਰ ਨੂੰ ਲਿਖ ਰਹੇ ਹਾਂ, ਹੈ ਨਾ, ਇੱਦਾਂ ਦੀ ਚਿੱਠੀ ਕੋਈ ਤੁਸੀਂ ਲਿਖ ਰਹੇ ਹੋ, ਤਾਂ ਉੱਥੇ ਤੁਸੀਂ ਉਹਨਾਂ ਨੂੰ ਸੰਬੋਧਨ ਕਰਨ ਲੱਗਿਆ ਸ਼੍ਰੀਮਾਨ ਜੀ ਜਾਂ ਸ਼੍ਰੀਮਤੀ ਜੀ ਕਹੋਗੇ, ਔਰ ਅਖੀਰ 'ਤੇ ਤੁਸੀਂ ਇਹਦੇ ਵਿੱਚ ਲਿਖੋਗੇ ਆਪ ਦਾ ਸ਼ੁਭ ਚਿੰਤਕ। ਤਾਂ ਇਸ ਤਰ੍ਹਾਂ ਇਹ ਹੈ ਤੁਹਾਡਾ ਚਿੱਠੀਆਂ ਦਾ ਢੰਗ ਕਿ ਕਿਸ ਤਰ੍ਹਾਂ ਅਸੀਂ ਚਿੱਠੀਆਂ ਨੂੰ ਸ਼ੁਰੂ ਕਰਨਾ ਹੈ, ਕਿਹੜੇ ਰਿਸ਼ਤੇਦਾਰ ਨੂੰ ਲਿਖਣੀਆਂ ਹੈ, ਕਿਸ ਤਰੀਕੇ ਨਾਲ ਅਸੀਂ ਲਿਖਣੀਆਂ ਹੈ, ਔਰ ਉਹਦੇ ਅੰਤ ਦੇ ਵਿੱਚ ਅਸੀਂ ਕਿਹੜੇ ਸ਼ਬਦ ਵਰਤਣੇ ਆ। ਪਿਆਰੇ ਵਿਦਿਆਰਥੀਓ, ਇਹਨਾਂ ਸਾਰੀਆਂ ਗੱਲਾਂ ਦਾ ਬਹੁਤ ਜ਼ਿਆਦਾ ਸਾਨੂੰ ਧਿਆਨ ਰੱਖਣਾ ਪੈਂਦਾ ਹੁੰਦਾ, ਕਿਉਂਕਿ ਇਹਨਾਂ ਦੇ ਬਕਾਇਦਾ ਸਾਡੇ ਪੇਪਰ ਦੇ ਵਿੱਚ ਨੰਬਰ ਹੁੰਦੇ ਆ। ਕੋਈ ਵੀ ਅਸੀਂ ਜਿਹੜੀ ਚਿੱਠੀ ਹੈ ਜਾਂ ਪੱਤਰ ਹੈ ਜਾਂ ਬਿਨੇ ਪੱਤਰ ਹੈ, ਉਹਨੂੰ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਤਾਂ ਸ਼ੁਰੂ ਵਿੱਚ ਕਿਹੜੀਆਂ ਗੱਲਾਂ ਅਸੀਂ ਲਿਖਣੀਆਂ ਔਰ ਅਖੀਰ 'ਤੇ ਅਸੀਂ ਕਿਹੜੀਆਂ ਗੱਲਾਂ ਲਿਖਣੀਆਂ, ਇਹਨਾਂ ਦਾ ਖਾਸ ਤੌਰ 'ਤੇ ਅਸੀਂ ਧਿਆਨ ਰੱਖਣਾ ਹੁੰਦਾ, ਔਰ ਇਹਦੇ ਬਕਾਇਦਾ ਸਾਨੂੰ ਨੰਬਰ ਮਿਲਦੇ ਆ। ਉਹ ਜਿਹੜਾ ਵਿਚਕਾਰਲਾ ਮੱਧ ਵਾਲਾ ਭਾਗ ਹੁੰਦਾ ਉਹ ਅਸੀਂ ਉਸੇ ਤਰ੍ਹਾਂ ਜਿੱਦਾਂ ਜਿਸ ਨਾਲ ਸਾਡਾ ਸੰਬੰਧਿਤ ਚਿੱਠੀ ਹੈ ਜਾਂ ਬਿਨੇ ਪੱਤਰ ਹੈ ਉਹ ਅਸੀਂ ਲਿਖ ਦੇਣਾ ਹੁੰਦਾ। ਤਾਂ ਇਸ ਤੋਂ ਅੱਗੇ ਹੁਣ ਆਪਾਂ ਗੱਲ ਅੱਜ ਇਸ ਟੌਪਿਕ ਵਿੱਚ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਆਪਾਂ ਲਿਖਣੀ ਕਿ ਨਿੱਜੀ ਪੱਤਰ ਅਸੀਂ ਲਿਖ ਰਹੇ ਹਾਂ ਕਿਸੇ ਨੂੰ। ਠੀਕ ਹੈ ਜੀ। ਤਾਂ ਨਿੱਜੀ ਪੱਤਰ ਦੇ ਵਿੱਚ ਅਸੀਂ ਉਹਦੀ ਕਿਹੜੇ ਨੁਕਤਿਆਂ ਦਾ ਧਿਆਨ ਰੱਖਣਾ ਹੁੰਦਾ, ਕਿਹੜੀਆਂ ਗੱਲਾਂ ਦਾ ਅਸੀਂ ਧਿਆਨ ਰੱਖਣਾ ਹੈ, ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਸਾਂਝੇ ਰੂਪ ਦੇ ਵਿੱਚ ਸਾਨੂੰ ਇੱਕ ਨਿੱਜੀ ਪੱਤਰ ਲਿਖਣ ਲੱਗਿਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਹਾਂਜੀ, ਤਾਂ ਨਿੱਜੀ ਪੱਤਰ ਲਿਖਣ ਦਾ ਨੁਕਤਾ ਜਿਹੜਾ ਹੈਗਾ ਉਹ ਤੁਸੀਂ ਬੜੇ ਧਿਆਨ ਨਾਲ ਇਹਨੂੰ ਸਮਝਣਾ ਹੈ, ਕਿਉਂਕਿ ਇਹਦੇ ਬਕਾਇਦਾ ਨੰਬਰ ਹੁੰਦੇ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਇਹਨਾਂ ਦੇ ਨੰਬਰ ਹੁੰਦੇ ਆ, ਔਰ ਬੜੇ ਧਿਆਨ ਨਾਲ ਤੁਸੀਂ ਇਹਨੂੰ ਸਮਝ ਕੇ ਦੇਖਣਾ। ਔਰ ਜੇ ਇੱਕ ਵਾਰੀ ਤੁਹਾਨੂੰ ਸਮਝ ਆ ਗਿਆ ਤਾਂ ਇਹ ਤੁਹਾਨੂੰ ਜਿੰਨੀ ਦੇਰ ਤੁਸੀਂ 8ਵੀਂ 10ਵੀਂ +2 ਤੱਕ ਵੀ ਪੜ੍ਹਦੇ ਹੋ ਤੁਹਾਡੇ ਚੀਜ਼ਾਂ ਕੰਮ ਆਉਣਗੀਆਂ, ਔਰ ਸਿਰਫ ਇਹਨੂੰ ਧਿਆਨ ਨਾਲ ਸਮਝਣ ਦੀ ਲੋੜ ਹੈ। ਦੇਖੋ, ਜਿੱਦਾਂ ਕਿ ਲਿਖਿਆ ਨਿੱਜੀ ਪੱਤਰ ਲਿਖਣ ਦਾ ਨੁਕਤਾ, ਤਾਂ ਨਿੱਜੀ ਪੱਤਰ ਬਾਰੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਨਿੱਜੀ ਪੱਤਰ ਤੋਂ ਭਾਵ ਉਹ ਪੱਤਰ ਜਿਹੜੇ ਅਸੀਂ ਆਪਣੇ ਕਿਸੇ ਦੋਸਤ, ਮਿੱਤਰ, ਰਿਸ਼ਤੇਦਾਰ ਜਾਂ ਭੈਣ ਭਰਾ ਨੂੰ ਲਿਖਦੇ ਹਾਂ, ਤਾਂ ਉੱਥੇ ਆਪਾਂ ਨਿੱਜੀ ਪੱਤਰਾਂ ਦੀ ਵਰਤੋਂ ਕਰਦੇ ਹਾਂ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਧਿਆਨ ਰੱਖਣਾ ਕਿ ਜਿਹੜਾ ਅਸੀਂ ਇੱਥੇ ਐਡਰੈਸ ਲਿਖਣਾ ਹੈ, ਸੱਜੇ ਪਾਸੇ ਤੋਂ ਅਸੀਂ ਸ਼ੁਰੂ ਕਰਨਾ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਇਹ ਧਿਆਨ ਰੱਖਣਾ ਕਿ ਇਹਨਾਂ ਵਿੱਚ ਸੇਵਾ ਵਿਖੇ ਅਸੀਂ ਨਹੀਂ ਲਿਖਣਾ ਹੁੰਦਾ, ਅਸੀਂ ਇੱਥੇ ਲਿਖਣਾ ਹੁੰਦਾ ਹੈ ਐਡਰੈਸ। ਔਰ ਉਹ ਐਡਰੈਸ ਕਿਹਦਾ ਹੈ? ਉਹ ਐਡਰੈਸ ਹੈ ਤੁਹਾਡਾ। ਧਿਆਨ ਰੱਖਣਾ, ਉਹ ਐਡਰੈਸ ਕਿਹਦਾ ਹੈ? ਤੁਹਾਡਾ। ਜੇ ਤੁਸੀਂ ਸਕੂਲ 'ਚ ਪੜ੍ਹਦੇ ਪਏ ਹੋ ਤਾਂ ਤੁਸੀਂ ਇੱਥੇ ਲਿਖੋਗੇ ਪ੍ਰੀਖਿਆ ਭਵਨ, ਆਪਣੇ ਸਕੂਲ ਦਾ ਨਾਮ, ਪਿੰਡ ਜਾਂ ਸ਼ਹਿਰ ਦਾ ਨਾਮ, ਔਰ ਨਾਲ ਮਿਤੀ। ਔਰ ਦੂਜੇ ਪਾਸੇ ਕਈ ਵਾਰੀ ਸਾਨੂੰ ਕੀ ਹੁੰਦਾ ਹੈ, ਉਹਦੇ ਵਿੱਚ ਜਦੋਂ ਅਸੀਂ ਕੋਈ ਨਿੱਜੀ ਪੱਤਰ ਸਾਨੂੰ ਪੇਪਰ ਦੇ ਵਿੱਚ ਲਿਖਣ ਲਈ ਆਉਂਦਾ ਹੈ ਤਾਂ ਸਾਨੂੰ ਉੱਥੇ ਕੋਈ ਐਡਰੈਸ ਦਿੱਤਾ ਹੁੰਦਾ। ਤਾਂ ਜੇ ਸਾਨੂੰ ਉੱਥੇ ਕੋਈ ਐਡਰੈਸ ਦਿੱਤਾ ਹੋਇਆ ਤਾਂ ਉੱਥੇ ਅਸੀਂ ਉਹ ਜਿਹੜਾ ਐਡਰੈਸ ਸਾਨੂੰ ਦਿੱਤਾ ਗਿਆ, ਮਕਾਨ ਨੰਬਰ ਦਿੱਤਾ ਗਿਆ, ਪਿੰਡ ਤੇ ਡਾਕਖਾਨਾ ਲਿਖਣ ਨੂੰ ਕਿਹਾ ਗਿਆ, ਜਾਂ ਤਾਂ ਜ਼ਿਲ੍ਹਾ ਕਿਹਾ ਗਿਆ, ਉਹ ਦਿੱਤਾ ਹੁੰਦਾ ਸਾਨੂੰ ਕਿ ਤੁਹਾਡੇ ਪਿੰਡ ਦਾ ਨਾਂ ਆ ਇਹ, ਮੰਨ ਲਓ ਤੁਹਾਡਾ ਨਾਂ ਸੁਰਜੀਤ ਸਿੰਘ ਹੈ, ਤੁਹਾਡੇ ਪਿੰਡ ਤੇ ਡਾਕਖਾਨਾ ਇਹ ਹੈ, ਤੁਹਾਡਾ ਜ਼ਿਲ੍ਹਾ ਇਹ ਹੈ, ਅਤੇ ਆਪਣੇ ਕਿਸੇ ਭਰਾ, ਆਪਣੇ ਚਾਚਾ ਜੀ ਨੂੰ ਇੱਕ ਪੱਤਰ ਲਿਖੋ। ਤਾਂ ਇਸ ਤਰ੍ਹਾਂ ਜਦੋਂ ਤੁਹਾਡਾ ਐਡਰੈਸ ਉੱਥੇ ਲਿਖਿਆ ਆ ਜਾਂਦਾ ਹੈ ਤਾਂ ਅਸੀਂ ਇਹ ਧਿਆਨ ਰੱਖਣਾ ਕਿ ਉੱਥੇ ਜਿਹੜੀ ਚਿੱਠੀ ਹੈ ਉੱਥੇ ਅਸੀਂ ਸੱਜੇ ਪਾਸੇ ਸਾਡਾ ਐਡਰੈਸ ਆਉਣਾ ਹੈ। ਜੇ ਉੱਥੇ ਲਿਖਿਆ ਆਇਆ ਠੀਕ ਹੈ, ਜੇ ਕੋਈ ਵੀ ਐਡਰੈਸ ਸਾਨੂੰ ਉੱਥੇ ਨਹੀਂ ਦਿੱਤਾ ਹੋਇਆ ਤਾਂ ਉੱਥੇ ਅਸੀਂ ਪ੍ਰੀਖਿਆ ਭਵਨ ਦੀ ਵਰਤੋਂ ਕਰਾਂਗੇ। ਔਰ ਪ੍ਰੀਖਿਆ ਭਵਨ ਲਿਖ ਕੇ ਉਸ ਤੋਂ ਬਾਅਦ ਅਸੀਂ ਆਪਣਾ ਨਾਮ,
ਆਪਣੇ ਸਕੂਲ ਦਾ ਨਾਮ ਲਿਖਾਂਗੇ, ਉਸ ਤੋਂ ਬਾਅਦ ਅਸੀਂ ਆਪਦੇ ਪਿੰਡ ਜਾਂ ਸ਼ਹਿਰ ਦਾ ਨਾਮ ਲਿਖਾਂਗੇ ਔਰ ਉਸ ਤੋਂ ਬਾਅਦ ਅਸੀਂ ਮਿਤੀ ਲਿਖਾਂਗੇ। ਠੀਕ ਹੈ ਪਿਆਰੇ ਵਿਦਿਆਰਥੀਓ। ਤਾਂ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਉਹ ਹੈ ਅੱਗੇ ਅਸੀਂ ਲਿਖਾਂਗੇ, ਖੱਬੇ ਪਾਸੇ ਲਿਖਾਂਗੇ ਅਸੀਂ ਸਤਿਕਾਰਯੋਗ ਜਾਂ ਪਿਆਰੇ। ਜਿੱਦਾਂ ਕਿ ਮੈਂ ਦੋਨੋਂ ਗੱਲਾਂ ਤੁਹਾਨੂੰ ਦੱਸ ਚੁੱਕਿਆ ਕਿ ਜੇ ਅਸੀਂ ਆਪਣੇ ਤੋਂ ਵੱਡੇ ਨੂੰ ਲਿਖ ਰਹੇ ਹਾਂ, ਪਿਤਾ ਜੀ ਨੂੰ, ਮਾਤਾ ਜੀ ਨੂੰ, ਚਾਚਾ ਜੀ ਨੂੰ ਜਾਂ ਵੱਡੇ ਭਰਾ ਨੂੰ, ਤਾਂ ਫਿਰ ਅਸੀਂ ਸਤਿਕਾਰਯੋਗ ਲਿਖਾਂਗੇ ਔਰ ਅੱਗੇ ਉਹਨਾਂ ਦਾ ਰਿਸ਼ਤਾ ਲਿਖਾਂਗੇ, ਜਿਵੇਂ ਸਤਿਕਾਰਯੋਗ ਪਿਤਾ ਜੀ, ਸਤਿਕਾਰਯੋਗ ਮਾਤਾ ਜੀ, ਸਤਿਕਾਰਯੋਗ ਚਾਚਾ ਜੀ। ਔਰ ਦੂਜੇ ਪਾਸੇ ਜੇ ਅਸੀਂ ਆਪਣੇ ਤੋਂ ਛੋਟੇ ਨੂੰ ਲਿਖ ਰਹੇ ਹਾਂ ਤਾਂ ਫਿਰ ਆਪਾਂ ਇੱਥੇ ਕੀ ਲਿਖਾਂਗੇ, ਪਿਆਰੇ। ਤਾਂ ਜਿੱਦਾਂ ਪਿਆਰੇ ਸੁਰਜੀਤ ਸਿੰਘ ਆਪਾਂ ਲਿਖ ਸਕਦੇ ਛੋਟੇ ਭਰਾ ਨੂੰ, ਜਾਂ ਪਿਆਰੇ ਵੀਰ ਵੀ ਆਪਾਂ ਲਿਖ ਸਕਦੇ ਹਾਂ। ਇਸ ਤੋਂ ਅਗਲੀ ਲਾਈਨ ਦੇ ਵਿੱਚ ਆਪਾਂ ਲਿਖਣਾ ਹੁੰਦਾ ਸਤਿ ਸ਼੍ਰੀ ਅਕਾਲ ਜਾਂ ਨਮਸਤੇ। ਇਹ ਆਪਣਾ ਹੋ ਗਿਆ ਸ਼ੁਰੂਆਤ, ਕਿ ਕਿਵੇਂ ਅਸੀਂ ਇੱਕ ਨਿੱਜੀ ਪੱਤਰ ਦੀ ਸ਼ੁਰੂਆਤ ਕਰਨੀ ਹੈ। ਇਸ ਗੱਲ ਨੂੰ ਬੜੇ ਧਿਆਨ ਨਾਲ ਸਮਝਣਾ ਤੁਸੀਂ। ਔਰ ਸਭ ਤੋਂ ਜ਼ਰੂਰੀ ਗੱਲ, ਜਿੱਥੇ ਜਿੱਥੇ ਕੌਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਤੁਸੀਂ ਦੇਖੋ, ਸਭ ਤੋਂ ਪਹਿਲਾਂ ਪ੍ਰੀਖਿਆ ਭਵਨ ਦੇ ਨਾਲ ਕੌਮਾ, ਫਿਰ ਸਕੂਲ ਦੇ ਨਾਲ ਕੌਮਾ, ਫਿਰ ਪਿੰਡ ਜਾਂ ਸ਼ਹਿਰ ਦੇ ਨਾਮ ਲਿਖਣ ਦੇ ਨਾਲ ਅਸੀਂ ਡੰਡੀ ਲਾਉਣੇ ਆ। ਇਸ ਤਰ੍ਹਾਂ ਜੇ ਅਸੀਂ ਐਡਰੈਸ ਸਾਨੂੰ ਦਿੱਤਾ ਹੋਇਆ ਤਾਂ ਉਹਦੇ ਵਿੱਚ ਪਿੰਡ ਤੇ ਡਾਕਖਾਨੇ ਦੇ ਨਾਲ ਅਸੀਂ ਕੌਮਾ ਲਾਵਾਂਗੇ, ਜ਼ਿਲ੍ਹੇ ਦੇ ਪਿੱਛੇ ਅਸੀਂ ਡੰਡੀ ਲਾਵਾਂਗੇ ਔਰ ਨਾਲ ਅਸੀਂ ਕੀ ਲਿਖਾਂਗੇ, ਮਿਤੀ ਲਿਖਾਂਗੇ। ਠੀਕ ਹੈ ਜੀ। ਤਾਂ ਇਸੇ ਤਰ੍ਹਾਂ ਸਤਿਕਾਰਯੋਗ ਲਿਖਣ ਤੋਂ ਬਾਅਦ ਪਿਆਰੇ ਜਾਂ ਰਿਸ਼ਤੇ ਅਨੁਸਾਰ ਜਿਹੜਾ ਵੀ ਸਾਡਾ ਰਿਸ਼ਤਾ ਬਣਦਾ ਹੈ ਉਹਦੇ ਨਾਲ ਅਸੀਂ ਕੌਮੇ ਦੀ ਵਰਤੋਂ ਕਰਾਂਗੇ ਔਰ ਸਤਿ ਸ਼੍ਰੀ ਅਕਾਲ ਜਾਂ ਨਮਸਤੇ ਦੇ ਨਾਲ ਅਸੀਂ ਡੰਡੀ ਦੀ ਵਰਤੋਂ ਕਰਾਂਗੇ। ਤਾਂ ਇਸ ਤਰ੍ਹਾਂ ਜਦੋਂ ਅਸੀਂ ਕੋਈ ਵੀ ਚਿੱਠੀ ਦੀ ਸ਼ੁਰੂਆਤ ਇਸ ਤਰ੍ਹਾਂ ਕਰਦੇ ਹਾਂ ਤਾਂ ਇੱਕ ਬੜਾ ਵਧੀਆ ਸਾਡਾ ਇੱਕ ਸ਼ੁਰੂਆਤ ਜਿਹੜੀ ਹੈ ਉਹ ਚਿੱਠੀ ਦੀ ਹੋ ਜਾਂਦੀ ਹੈ। ਔਰ ਜਦੋਂ ਅਸੀਂ ਇੱਕ ਚਿੱਠੀ ਦੀ ਵਧੀਆ ਸ਼ੁਰੂਆਤ ਕਰ ਦਿੰਦੇ ਹਾਂ ਤਾਂ ਆਪਣੇ ਆਪ ਹੀ ਅੱਗੇ ਸਾਡੇ ਵਧੀਆ ਤਰੀਕੇ ਨਾਲ ਉਹਦਾ ਜਿਹੜਾ ਮੱਧ ਔਰ ਅੰਤ ਵਾਲਾ ਭਾਗ ਲਿਖਿਆ ਜਾਂਦਾ ਔਰ ਇਹਦੇ ਵਿੱਚ ਬਹੁਤ ਵਧੀਆ ਨੰਬਰ ਤੁਹਾਡੇ ਆ ਜਾਂਦੇ ਆ। ਹੁਣ ਜੇ ਆਪਾਂ ਗੱਲ ਕਰੀਏ ਵਿਸ਼ਾ ਵਸਤੂ ਦੀ, ਜੋ ਅਸੀਂ ਮੱਧ ਦੇ ਵਿੱਚ ਲਿਖਣਾ ਹੁੰਦਾ ਤਾਂ ਜਿਹੜਾ ਵਿਸ਼ਾ ਵਸਤੂ ਹੈ ਵਿਦਿਆਰਥੀਓ, ਉਹ ਵਿਸ਼ਾ ਵਸਤੂ ਸਾਡਾ ਜੋ ਜਿਸ ਬਾਰੇ ਸਾਡਾ ਨਿੱਜੀ ਪੱਤਰ ਹੈ ਉਹ ਵਿਸ਼ੇ ਵਸਤੂ ਬਾਰੇ ਅਸੀਂ ਕੋਈ 2 4 5 6 ਜਿੰਨੀਆਂ ਵੀ ਲਾਈਨਾਂ ਤੁਹਾਨੂੰ ਲੱਗਦੀਆਂ ਕਿ ਉਸ ਚਿੱਠੀ ਦੀਆਂ ਹੋ ਸਕਦੀਆਂ, ਉਸ ਪੱਤਰ ਦੀਆਂ ਹੋ ਸਕਦੀਆਂ, ਤਾਂ ਉਹ ਅਸੀਂ ਉੱਥੇ ਲਿਖਣੀ ਹੁੰਦੀ ਹੈ। ਜਿਸ ਤਰ੍ਹਾਂ ਦਾ ਵੀ ਹੈ ਉਹ ਤੁਸੀਂ ਇੱਥੇ ਵਿਸ਼ਾ ਵਸਤੂ ਦੇ ਸਥਾਨ 'ਤੇ ਮੱਧ ਵਾਲੇ ਭਾਗ ਦੇ ਵਿੱਚ ਤੁਸੀਂ ਇਹ ਲਿਖਣਾ ਹੁੰਦਾ ਹੈ। ਅੱਗੇ ਆਪਾਂ ਇਹਦੇ ਬਾਰੇ ਕੋਈ ਚਿੱਠੀ ਬਾਰੇ ਗੱਲ ਕਰਾਂਗੇ ਤਾਂ ਤੁਹਾਨੂੰ ਇਹ ਸਮਝ ਆ ਜਾਏਗਾ ਕਿਸ ਤਰ੍ਹਾਂ ਅਸੀਂ ਵਿਸ਼ਾ ਵਸਤੂ ਜਿਹੜਾ ਹੁੰਦਾ ਉਹ ਲਿਖਣਾ ਹੁੰਦਾ। ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਅੰਤ ਦੀ। ਹੁਣ ਅੰਤ ਦੇ ਵਿੱਚ ਜਿਹੜਾ ਸਾਡਾ ਅਖੀਰ ਲਿਖਣਾ ਹੁੰਦਾ ਤਾਂ ਉਹ ਆਪਾਂ ਲਿਖਣਾ ਹੁੰਦਾ ਆਪ ਦਾ, ਫਿਰ ਉਸੇ ਤਰ੍ਹਾਂ ਖਾਲੀ ਥਾਂ ਛੱਡੀਏ, ਭਾਵ ਕਿ ਸਾਡਾ ਇੱਥੇ ਰਿਸ਼ਤਾ ਕੀ ਹੈ। ਆਪ ਦਾ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਭਤੀਜਾ ਜਾਂ ਆਪ ਦਾ ਪੁੱਤਰ ਜਾਂ ਆਪ ਦਾ ਵੀਰ ਜਾਂ ਆਪ ਦਾ ਭਰਾ, ਜੋ ਵੀ ਤੁਹਾਡਾ ਰਿਸ਼ਤਾ ਚਿੱਠੀ ਲਿਖਣ ਵਾਲੇ ਨਾਲ ਹੈ ਉਹਨੂੰ ਤੁਸੀਂ ਇੱਥੇ ਆਪ ਦਾ ਰਿਸ਼ਤਾ ਜਿਹੜਾ ਉਹ ਲਿਖ ਦੇਣਾ। ਇਸ ਤੋਂ ਬਾਅਦ ਅੱਗੇ ਤੁਸੀਂ ਆਪਣਾ ਨਾਮ ਲਿਖਣਾ। ਔਰ ਪਿਆਰੇ ਵਿਦਿਆਰਥੀਓ, ਇੱਥੇ ਸਭ ਤੋਂ ਮੇਨ ਚੀਜ਼ ਜਿਹੜੀ ਜ਼ਰੂਰੀ ਚੀਜ਼ ਹੈ ਉਹਦਾ ਧਿਆਨ ਰੱਖਣਾ ਹੈ ਕਿ ਇੱਥੇ ਤੁਸੀਂ ਕਿਤੇ ਵੀ ਆਪਦਾ ਰੋਲ ਨੰਬਰ ਜਾਂ ਕਲਾਸ ਨਹੀਂ ਲਿਖਣੀ ਹੁੰਦੀ, ਕਿਉਂਕਿ ਇਹ ਚਿੱਠੀ ਲਿਖ ਰਹੇ ਹਾਂ। ਸਿਰਫ ਅਸੀਂ ਨਾਮ ਦੇ ਨਾਲ ਜਦੋਂ ਅਸੀਂ ਆਪਣਾ ਸਕੂਲ ਦਾ ਐਡਰੈਸ ਲਿਖਦੇ ਹੁੰਦੇ ਹਾਂ, ਭਾਵ ਕਿ ਅਸੀਂ ਲਿਖਦੇ ਹਾਂ ਨਾਮ ਸੁਰਜੀਤ ਸਿੰਘ, ਕਲਾਸ 8ਵੀਂ, ਸੈਕਸ਼ਨ ਏ, ਰੋਲ ਨੰਬਰ 12, ਉਹ ਅਸੀਂ ਉਦੋਂ ਲਿਖਣਾ ਹੁੰਦਾ ਜਦੋਂ ਅਸੀਂ ਸਕੂਲ ਦੇ ਪ੍ਰਿੰਸੀਪਲ ਨੂੰ ਅਰਜੀ ਲਿਖ ਰਹੇ ਹਾਂ। ਪਰ ਇੱਥੇ ਅਸੀਂ ਆਪਣੇ ਇੱਕ ਰਿਸ਼ਤੇਦਾਰ ਨੂੰ ਨਿੱਜੀ ਪੱਤਰ ਲਿਖ ਰਹੇ ਹਾਂ ਤਾਂ ਇੱਥੇ ਤੁਸੀਂ ਕਦੇ ਵੀ ਆਪਣਾ ਸਕੂਲ ਦਾ ਕੋਈ ਰੋਲ ਨੰਬਰ, ਕੋਈ ਕਲਾਸ ਜਾਂ ਕੋਈ ਸੈਕਸ਼ਨ ਲਿਖਣ ਦੀ ਲੋੜ ਨਹੀਂ ਹੈ। ਸਿਰਫ ਤੁਸੀਂ ਆਪਣਾ ਇੱਕ ਨਾਮ ਲਿਖਣਾ ਹੁੰਦਾ। ਤਾਂ ਇਸ ਤਰ੍ਹਾਂ ਅੱਗੇ ਆਪਾਂ ਗੱਲ ਕਰੀਏ ਤਾਂ ਖੱਬੇ ਪਾਸੇ ਤੁਹਾਡੇ ਇੱਥੇ ਬਣੀ ਹੋਈ ਹੈ ਟਿਕਟ ਔਰ ਡੱਬਾ ਬਣਿਆ ਹੋਇਆ। ਟਿਕਟ ਤੋਂ ਭਾਵ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਡਾਕਖਾਨੇ ਦੇ ਵਿੱਚ ਜਦੋਂ ਅਸੀਂ ਕੋਈ ਪੱਤਰ ਪੋਸਟ ਕਰਦੇ ਹਾਂ ਤਾਂ ਉੱਥੇ ਇੱਕ ਟਿਕਟ ਲੱਗਦੀ ਹੈ। ਤਾਂ ਉਹਦੇ ਨਾਲ ਕੀ ਹੁੰਦਾ, ਇੱਕ ਅਸੀਂ ਜਗ੍ਹਾ ਹੁੰਦੀ ਹੈ ਜਿੱਥੇ ਅਸੀਂ ਇਹ ਲਿਖਦੇ ਹਾਂ ਕਿ ਅਸੀਂ ਚਿੱਠੀ ਕਿਹਨੂੰ ਭੇਜ ਰਹੇ ਹਾਂ। ਜਿੱਦਾਂ ਕਿ ਇੱਥੇ ਤੁਹਾਡੇ ਬਣਿਆ ਹੋਇਆ ਦੇਖੋ ਨਾਮ ਔਰ ਉਸ ਤੋਂ ਬਾਅਦ ਪਤਾ ਲਿਖਿਆ ਹੋਇਆ। ਤਾਂ ਇਸੇ ਗੱਲ ਦੇ ਵਿੱਚ ਅਸੀਂ ਇੱਕ ਗੱਲ ਦਾ ਸਭ ਤੋਂ ਜ਼ਰੂਰੀ ਧਿਆਨ ਰੱਖਣਾ ਹੈ, ਇਹ ਐਡਰੈਸ ਉਹਦਾ ਹੈ ਜਿਹਨੂੰ ਤੁਸੀਂ ਚਿੱਠੀ ਲਿਖ ਰਹੇ ਹੋ। ਜਿੱਦਾਂ ਉਦਾਹਰਨ ਦੇ ਤੌਰ 'ਤੇ ਇੱਕ ਤੁਸੀਂ ਆਪਦੇ ਵੱਡੇ ਭਰਾ ਨੂੰ ਲਿਖ ਰਹੇ ਹੋ ਤਾਂ ਪਿਆਰੇ ਵੀਰ ਜੀ, ਜਾਂ ਵੱਡਾ ਭਰਾ ਆਪਣੇ ਛੋਟੇ ਭਰਾ ਨੂੰ ਲਿਖ ਰਿਹਾ, ਜਿੱਦਾਂ ਉਹ ਲਿਖ ਰਿਹਾ ਪਿਆਰੇ ਵੀਰ ਸੁਰਜੀਤ, ਤਾਂ ਵੱਡਾ ਭਰਾ ਆਪਣੇ ਛੋਟੇ ਭਰਾ ਸੁਰਜੀਤ ਨੂੰ ਲਿਖ ਰਿਹਾ। ਤਾਂ ਅਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਅਸੀਂ ਇਸ ਤਰ੍ਹਾਂ ਦੀ ਚਿੱਠੀ ਲਿਖਣੀ ਹੈ ਤਾਂ ਉਸ ਐਡਰੈਸ ਦੇ ਵਿੱਚ ਅਸੀਂ ਜੇ ਸੁਰਜੀਤ ਸਿੰਘ ਨੂੰ ਚਿੱਠੀ ਲਿਖੀਏ ਤਾਂ ਸਾਡਾ ਜਿਹੜਾ ਨਾਮ ਹੈ ਉਸ ਐਡਰੈਸ ਦੇ ਵਿੱਚ ਸੁਰਜੀਤ ਸਿੰਘ ਦਾ ਹੀ ਆਉਣਾ ਚਾਹੀਦਾ। ਜੇ ਅਸੀਂ ਉਸ 'ਤੇ ਆਪਣੇ ਮਾਤਾ ਜੀ ਨੂੰ ਲਿਖ ਰਹੇ ਹਾਂ ਤਾਂ ਐਡਰੈਸ ਵਿੱਚ ਤੁਹਾਡੇ ਮਾਤਾ ਜੀ ਦਾ ਨਾਮ ਹੋਣਾ ਚਾਹੀਦਾ। ਇਸ ਗੱਲ ਦਾ ਸਾਰੇ ਬੱਚਿਆਂ ਨੇ ਖਾਸ ਤੌਰ 'ਤੇ ਧਿਆਨ ਰੱਖਣਾ। ਤਾਂ ਇਹ ਸੀ ਆਪਣੇ ਵਿਦਿਆਰਥੀਓ ਅੱਜ ਦਾ, ਇਸ ਚਿੱਠੀ ਨੂੰ ਕਿਵੇਂ ਅਸੀਂ ਫਰੇਮ ਕਰਨਾ ਹੁੰਦਾ, ਕਿਸ ਤਰ੍ਹਾਂ ਅਸੀਂ ਲਿਖਣਾ ਹੁੰਦਾ, ਕਿਸ ਤਰ੍ਹਾਂ ਉਹਦੀ ਅਸੀਂ ਸ਼ੁਰੂਆਤ ਕਰਨੀ ਹੁੰਦੀ ਹੈ, ਕਿਸ ਤਰ੍ਹਾਂ ਮੱਧ ਵਾਲਾ ਭਾਗ ਲਿਖਣਾ ਔਰ ਕਿਸ ਤਰ੍ਹਾਂ ਅਸੀਂ ਇਹਦਾ ਅੰਤ ਕਰਨਾ ਹੁੰਦਾ।
ਤਾਂ ਇਹ ਹੁਣ ਆਪਾਂ ਅੱਗੇ ਗੱਲ ਕਰਾਂਗੇ ਕਿ ਅੱਜ ਦੇ ਆਪਣੀ ਚਿੱਠੀ ਬਾਰੇ, ਨਿੱਜੀ ਪੱਤਰ ਬਾਰੇ, ਕਿ ਕਿਸ ਤਰ੍ਹਾਂ ਉਹਨੂੰ ਆਪਾਂ ਲਿਖ ਸਕਦੇ ਹਾਂ। ਤਾਂ ਅੱਜ ਦੀ ਚਿੱਠੀ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਨਿੱਜੀ ਚਿੱਠੀ ਦੇ ਵਿੱਚ ਅੱਜ ਦੀ ਜਿਹੜੀ ਆਪਣੀ ਚਿੱਠੀ ਹੈ ਉਹ ਹੈ ਕਿ ਤੁਹਾਡੇ ਸਕੂਲ ਦੇ ਵਿੱਚ ਕੋਈ ਸਾਲਾਨਾ ਸਮਾਗਮ ਹੋਇਆ ਔਰ ਉਹਦੇ ਬਾਰੇ ਤੁਸੀਂ ਆਪਣੇ ਮਾਤਾ ਜੀ ਨੂੰ ਜਾਣਕਾਰੀ ਦੇਣੀ ਹੈ। ਇਸ ਬਾਰੇ ਆਪਾਂ ਅੱਜ ਦੀ ਚਿੱਠੀ ਲਿਖਾਂਗੇ ਔਰ ਇਹਦੇ ਬਾਰੇ ਵਿਚਾਰ ਚਰਚਾ ਕਰਾਂਗੇ। ਮਾਤਾ ਜੀ ਨੂੰ ਸਾਲਾਨਾ ਸਮਾਰੋਹ ਦੀ ਜਾਣਕਾਰੀ ਦੇਣ ਲਈ ਪੱਤਰ ਲਿਖੋ। ਤਾਂ ਜਿੱਦਾਂ ਕਿ ਪਿਆਰੇ ਵਿਦਿਆਰਥੀਓ, ਤੁਹਾਨੂੰ ਸ਼ੁਰੂ ਤੋਂ ਹੀ ਮੈਂ ਦੱਸਿਆ ਸੀ ਕਿ ਅਸੀਂ ਸ਼ੁਰੂਆਤ ਕਿੱਥੋਂ ਕਰਨੀ ਹੈ? ਪ੍ਰੀਖਿਆ ਭਵਨ ਤੋਂ। ਪ੍ਰੀਖਿਆ ਭਵਨ ਕੌਮਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਨਾ ਸਿੰਘ ਵਾਲਾ, ਮਿਤੀ 15/6/2021। ਇੱਥੇ ਵਿਦਿਆਰਥੀਓ ਤੁਸੀਂ ਸਾਰੇ ਬੱਚਿਆਂ ਨੇ ਧਿਆਨ ਰੱਖਣਾ ਹੈ ਕਿ ਜਿੱਥੇ ਜਿੱਥੇ ਕੌਮੇ ਲਗਾਏ ਗਏ ਹੈ, ਜਿੱਦਾਂ ਪ੍ਰੀਖਿਆ ਭਵਨ ਦੇ ਨਾਲ ਕੌਮਾ, ਸਕੂਲ ਦੇ ਨਾਲ ਕੌਮਾ, ਔਰ ਉਸ ਤੋਂ ਬਾਅਦ ਜਿਹੜਾ ਤੁਸੀਂ ਪ੍ਰੀਖਿਆ ਭਵਨ ਦੇ ਨਾਲ ਕੌਮਾ, ਉਸ ਤੋਂ ਬਾਅਦ ਤੁਸੀਂ ਸਕੂਲ ਦੇ ਨਾਲ ਕੌਮਾ, ਔਰ ਉਸ ਤੋਂ ਬਾਅਦ ਜਿਹੜਾ ਪਿੰਡ ਦਾ ਨਾਮ ਲਿਖਿਆ ਜਾਂ ਤੁਸੀਂ ਸ਼ਹਿਰ ਦਾ ਨਾਮ ਲਿਖਿਆ ਉਹਦੇ ਨਾਲ ਤੁਸੀਂ ਕੀ ਲਾਉਣੀ ਹੈ? ਡੰਡੀ ਲਗਾਉਣੀ ਹੈ। ਔਰ ਮਿਤੀ ਦੇ ਨਾਲ ਤੁਸੀਂ ਕਦੇ ਵੀ ਨਾ ਤਾਂ ਕੌਮੇ ਦੀ ਵਰਤੋਂ ਕਰਨੀ ਹੈ ਔਰ ਨਾ ਹੀ ਤੁਸੀਂ ਡੰਡੀ ਦੀ ਵਰਤੋਂ ਕਰਨੀ ਹੈ। ਇੱਥੇ ਇੱਕ ਤਰੀਕਾ ਹੋਰ ਵੀ ਹੈਗਾ ਮਿਤੀ ਲਿਖਣ ਦਾ, ਜਿੱਦਾਂ ਮੈਂ ਇੱਥੇ ਲਿਖਿਆ 15/6/2021, ਇਹਨੂੰ ਤੁਸੀਂ 15 ਜੂਨ 2021 ਵੀ ਲਿਖ ਸਕਦੇ ਹੋ। ਇਹਦੇ ਵਿੱਚ ਮੈਂ ਜਿੱਦਾਂ ਜੋੜਨੀ ਪਾਈ ਗਈ ਹੈ, ਤੁਸੀਂ ਇਹਨੂੰ ਟੇਢੀ ਲਾਈਨ ਕਰਕੇ ਵੀ ਇਹਨਾਂ ਨੂੰ ਅੱਡ ਅੱਡ ਕਰ ਸਕਦੇ ਹੋ। 15/6/2021 ਨੂੰ ਜਿਸ ਤਰੀਕੇ ਨਾਲ ਵੀ ਤੁਸੀਂ ਚਾਹੋ ਇੱਥੇ ਮਿਤੀ ਪਾ ਸਕਦੇ ਹੋ। ਪਰ ਇੱਕ ਗੱਲ ਦਾ ਧਿਆਨ ਰੱਖਣਾ, ਸਾਰਿਆਂ ਨੇ ਮਿਤੀ ਪਾਉਣੀ ਜ਼ਰੂਰ ਹੈ ਇੱਥੇ, ਕਿਉਂਕਿ ਚਿੱਠੀਆਂ ਦੇ ਵਿੱਚ, ਨਿੱਜੀ ਪੱਤਰਾਂ ਦੇ ਵਿੱਚ ਹਮੇਸ਼ਾ ਜਿਹੜੀ ਸਾਡਾ ਮਿਤੀ ਹੁੰਦੀ ਉਹ ਉੱਪਰ ਹੀ ਪਾਈ ਜਾਂਦੀ ਹੈ। ਇਸ ਤੋਂ ਅੱਗੇ ਜਿੱਦਾਂ ਕਿ ਆਪਾਂ ਮਾਤਾ ਜੀ ਨੂੰ ਸਾਲਾਨਾ ਸਮਾਰੋਹ ਦੀ ਜਾਣਕਾਰੀ ਦੇਣੀ ਹੈ, ਤਾਂ ਆਪਾਂ ਆਪਣੇ ਤੋਂ ਵੱਡੇ ਨੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਦੋਂ ਅਸੀਂ ਆਪਣੇ ਤੋਂ ਕਿਸੇ ਵੱਡੇ ਨੂੰ ਚਿੱਠੀ ਪੱਤਰ ਲਿਖਦੇ ਹਾਂ ਤਾਂ ਅਸੀਂ ਕਿਹੜੇ ਸ਼ਬਦ ਦੀ ਵਰਤੋਂ ਕਰਦੇ ਹਾਂ? ਸਤਿਕਾਰਯੋਗ। ਤਾਂ ਅਸੀਂ ਇੱਥੇ ਚਿੱਠੀ ਲਿਖ ਰਹੇ ਹਾਂ ਮਾਤਾ ਜੀ ਨੂੰ, ਤਾਂ ਅਸੀਂ ਲਿਖਾਂਗੇ ਸਤਿਕਾਰਯੋਗ ਮਾਤਾ ਜੀ। ਧਿਆਨ ਰੱਖਣਾ ਮਾਤਾ ਜੀ, ਜਦੋਂ ਆਪਾਂ, ਮੈਂ ਦੱਸਿਆ ਸੀ ਤੁਹਾਨੂੰ ਕਿ ਜਦੋਂ ਅਸੀਂ ਵੱਡਿਆਂ ਨੂੰ ਲਿਖਣੇ, ਕਦੇ ਵੀ ਉਹਨਾਂ ਦੇ ਨਾਂ ਦੀ ਵਰਤੋਂ ਅਸੀਂ ਨਹੀਂ ਕਰਨੀ ਹੁੰਦੀ ਇੱਥੇ, ਔਰ ਸਿਰਫ ਉਹਨਾਂ ਦਾ ਅਸੀਂ ਜੋ ਸਾਡੇ ਉਹ ਰਿਸ਼ਤੇ 'ਚ ਲੱਗਦੇ ਆ, ਚਾਹੇ ਉਹ ਮਾਤਾ ਜੀ ਨੇ, ਚਾਹੇ ਉਹ ਪਿਤਾ ਜੀ ਨੇ, ਚਾਹੇ ਉਹ ਚਾਚਾ ਜੀ ਨੇ, ਚਾਹੇ ਉਹ ਵੱਡੇ ਭਰਾ ਨੇ, ਉਹਨਾਂ ਦਾ ਅਸੀਂ ਸਿਰਫ ਆਪਣਾ ਰਿਸ਼ਤਾ ਹੀ ਉਹਨਾਂ ਨਾਲ ਲਿਖਣਾ ਹੁੰਦਾ ਜੋ ਸਾਡੇ ਉਹ ਲੱਗਦੇ ਨੇ। ਇਸ ਤੋਂ ਅੱਗੇ ਇਹਦੇ ਨਾਲ ਕੌਮਾ ਲਗਾਉਣਾ ਤੁਸੀਂ, ਔਰ ਇਸ ਤੋਂ ਅੱਗੇ ਸਤਿ ਸ਼੍ਰੀ ਅਕਾਲ, ਇਹਦੇ ਨਾਲ ਤੁਸੀਂ ਕੀ ਲਗਾਉਣੀ ਹੈ? ਡੰਡੀ ਦੀ ਵਰਤੋਂ ਕਰਨੀ ਹੈ। ਤਾਂ ਇਹ ਸੀ ਸਾਡਾ ਸ਼ੁਰੂਆਤ ਵਾਲਾ ਭਾਗ। ਹੁਣ ਅਸੀਂ ਗੱਲ ਕਰਾਂਗੇ ਕਿ ਮੱਧ ਵਾਲੇ ਭਾਗ ਦੇ ਵਿੱਚ ਅਸੀਂ ਕਿਹੜੀਆਂ ਕਿਹੜੀਆਂ ਲਾਈਨਾਂ ਲਿਖ ਸਕਦੇ ਹਾਂ ਔਰ ਕਿਹੜੀਆਂ ਕਿਹੜੀਆਂ ਸ਼ਬਦ ਜਿਹੜੇ ਹੈ, ਕਿਹੜੀਆਂ ਕਿਹੜੀਆਂ ਲਾਈਨਾਂ ਦੇ ਅਸੀਂ ਇੱਥੇ ਵਰਤੋਂ ਕਰ ਸਕਦੇ ਹਾਂ। ਕੀ ਲਿਖਾਂਗੇ ਆਪਾਂ? ਪਿਛਲੇ ਦਿਨੀ ਸਾਡੇ ਸਕੂਲ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਉਸ ਦਿਨ ਸਾਰਾ ਸਕੂਲ ਸਜਿਆ ਹੋਇਆ ਸੀ। ਇਸ ਸਮਾਰੋਹ ਦੀ ਪ੍ਰਧਾਨਗੀ ਮਾਣਯੋਗ ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਕੀਤੀ। ਉਹ 11 ਵਜੇ ਸਕੂਲ ਪਹੁੰਚ ਗਏ। ਸਕੂਲ ਬੈਂਡ ਦੀ ਟੀਮ ਨੇ ਸਨਮਾਨ ਵਿੱਚ ਸਵਾਗਤੀ ਧੁਨ ਵਜਾਈ। ਇਸ ਤੋਂ ਅੱਗੇ ਅਸੀਂ ਪਹਿਰਾ ਬਦਲ ਸਕਦੇ ਹਾਂ, ਨਵਾਂ ਪਹਿਰੇ ਦੀ ਸ਼ੁਰੂਆਤ ਅਸੀਂ ਕਰਾਂਗੇ। ਉਸ ਤੋਂ ਬਾਅਦ ਉਹਨਾਂ ਜ਼ਿਲ੍ਹਾ ਸਿੱਖਿਆ ਅਫਸਰ, ਬਰੈਕਟ ਵਿੱਚ ਅਸੀਂ ਲਿਖਾਂਗੇ ਸੈਕੰਡਰੀ ਸਿੱਖਿਆ। ਤਾਂ ਵਿਦਿਆਰਥੀਆਂ ਨੂੰ ਮੈਂ ਜਾਣਕਾਰੀ ਦੇਣਾ ਚਾਹਾਂਗਾ ਕਿ ਜਿੱਦਾਂ ਦੋ ਤਰ੍ਹਾਂ ਦੇ ਆਪਣੇ ਜ਼ਿਲ੍ਹਾ ਸਿੱਖਿਆ ਅਫਸਰ ਹੁੰਦੇ ਨੇ। ਇੱਕ ਹੁੰਦੇ ਆ ਐਲੀਮੈਂਟਰੀ ਸਿੱਖਿਆ, ਜੋ ਪਹਿਲੀ ਤੋਂ 5ਵੀਂ ਤੱਕ ਸਕੂਲਾਂ ਨਾਲ ਸੰਬੰਧਿਤ ਹੁੰਦੇ ਆ, ਔਰ ਉਸ ਤੋਂ ਉੱਪਰ ਹੁੰਦੇ ਆ ਸੈਕੰਡਰੀ ਸਿੱਖਿਆ, ਜੋ ਕਿ 6ਵੀਂ ਤੋਂ +2 ਜਮਾਤਾਂ ਲਈ ਹੁੰਦੇ ਆ। ਤਾਂ ਅਸੀਂ ਇੱਥੇ ਕੀ ਲਿਖਾਂਗੇ? ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ। ਅਤੇ ਪ੍ਰਿੰਸੀਪਲ ਜੀ ਨਾਲ ਸਾਡੇ ਸਕੂਲ ਦਾ ਮੁਆਇਨਾ ਕੀਤਾ। ਇਸ ਤੋਂ ਬਾਅਦ ਸਾਡੇ ਪ੍ਰਿੰਸੀਪਲ ਜੀ ਨੇ ਸਮਾਰੋਹ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੜ੍ਹੀ। ਮੁੱਖ ਮਹਿਮਾਨ ਅਤੇ ਆਏ ਹੋਏ ਹੋਰ ਮਹਿਮਾਨਾਂ ਨੇ
ਸਾਡੇ ਸਕੂਲ ਦੀ ਬਹੁਤ ਪ੍ਰਸ਼ੰਸਾ ਕੀਤੀ। ਇਸ ਤੋਂ ਬਾਅਦ ਵੱਖ-ਵੱਖ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਅੰਤ ਵਿੱਚ ਸਕੂਲ ਸਟਾਫ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਾਲਾਨਾ ਸਮਾਰੋਹ ਦਾ ਇਹ ਦਿਨ ਮੇਰੇ ਲਈ ਉਤਸ਼ਾਹ ਭਰਿਆ ਸੀ। ਮੇਰੇ ਵੱਲੋਂ ਪਿਤਾ ਜੀ ਅਤੇ ਵੱਡੇ ਭਰਾ ਨੂੰ ਪ੍ਰਣਾਮ। ਤਾਂ ਇਹ ਸੀ ਸਾਡਾ ਮੱਧ ਦਾ ਭਾਗ, ਕਿ ਕਿਸ ਤਰ੍ਹਾਂ ਅਸੀਂ ਮੱਧ ਭਾਗ ਦੇ ਵਿੱਚ ਕਿਹੜੀਆਂ ਲਾਈਨਾਂ ਦੀ ਵਰਤੋਂ ਇਹ ਚਿੱਠੀ ਲਿਖਣ ਲਈ ਕਰ ਸਕਦੇ ਹਾਂ। ਤੁਸੀਂ ਇਸ ਤੋਂ ਇਲਾਵਾ ਜੇ ਚਾਹੋ ਤਾਂ ਲਾਈਨਾਂ ਆਪਣੇ ਹਿਸਾਬ ਨਾਲ ਵਧਾ ਵੀ ਸਕਦੇ ਹੋ ਔਰ ਹੋਰ ਵੀ ਲਾਈਨਾਂ ਲਿਖ ਸਕਦੇ ਹੋ। ਇਸ ਨੂੰ ਮੱਧ ਭਾਗ ਨੂੰ ਜੇ ਤੁਸੀਂ ਵੱਡਾ ਕਰਨਾ ਚਾਹੋ ਤਾਂ ਵੱਡਾ ਵੀ ਕਰ ਲਓਗੇ। ਉਹਦੇ ਨਾਲ ਤੁਹਾਡੀ ਚਿੱਠੀ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣ ਸਕਦੀ ਹੈ। ਨਹੀਂ ਤਾਂ ਘੱਟੋ ਘੱਟ 8 ਤੋਂ 10 ਲਾਈਨਾਂ, 7 ਤੋਂ 8 ਲਾਈਨਾਂ ਤੁਸੀਂ ਇਸ ਚਿੱਠੀ ਵਾਸਤੇ ਜਿਹੜੀਆਂ ਤੁਹਾਨੂੰ ਮੈਂ ਇੱਥੇ ਕਰਵਾਈਆਂ, ਇੰਨੀਆਂ ਘੱਟੋ ਘੱਟ ਤੁਸੀਂ ਜ਼ਰੂਰ ਵਰਤੋਂ ਕਰਨੀ ਹੈ। ਤਾਂ ਹੁਣ ਆਪਾਂ ਗੱਲ ਕਰਾਂਗੇ ਅੰਤ ਵਾਲੇ ਭਾਗ ਦੀ। ਤਾਂ ਜਿੱਦਾਂ ਆਪਾਂ ਗੱਲ ਕੀਤੀ ਸੀ ਕਿ ਅਸੀਂ ਆਪਣੇ ਤੋਂ ਵੱਡੇ ਨੂੰ ਲਿਖ ਰਹੇ ਹਾਂ ਇਹ ਚਿੱਠੀ, ਉਹ ਸਾਡੇ ਮਾਤਾ ਜੀ ਨੇ, ਤਾਂ ਅਸੀਂ ਉਹਨਾਂ ਦੇ ਕੀ ਹੋਏ? ਸਪੁੱਤਰ। ਤਾਂ ਅਸੀਂ ਉਹਨਾਂ ਦੇ ਸਪੁੱਤਰ ਹਾਂ, ਤਾਂ ਅਸੀਂ ਇੱਥੇ ਕੀ ਲਿਖਾਂਗੇ? ਆਪ ਦਾ ਸਪੁੱਤਰ ਕਰਨ ਸਿੰਘ। ਇਸੇ ਤਰ੍ਹਾਂ ਖੱਬੇ ਪਾਸੇ ਅਸੀਂ ਐਡਰੈਸ ਲਿਖਣਾ ਹੁੰਦਾ ਹੈ ਜਿਨ੍ਹਾਂ ਨੂੰ ਅਸੀਂ ਚਿੱਠੀ ਭੇਜ ਰਹੇ ਹਾਂ। ਜਿੱਦਾਂ ਕਿ ਅਸੀਂ ਚਿੱਠੀ ਲਿਖ ਰਹੇ ਹਾਂ ਆਪਣੇ ਮਾਤਾ ਜੀ ਨੂੰ, ਤਾਂ ਇੱਥੇ ਆਪਾਂ ਮਾਤਾ ਜੀ ਦਾ ਨਾਮ ਲਿਖਾਂਗੇ, ਸ਼੍ਰੀਮਤੀ ਮਨਦੀਪ ਕੌਰ, 240 ਮਾਡਲ ਟਾਊਨ, ਲੁਧਿਆਣਾ। ਔਰ ਨਾਲ ਇੱਥੇ ਟਿਕਟ ਵੀ ਅਸੀਂ ਸ਼ਬਦ ਲਿਖ ਦਾਂਗੇ ਤਾਂ ਕਿ ਸਾਨੂੰ ਇਹ ਗੱਲ ਕਲੀਅਰ ਹੋ ਜੇ ਕਿ ਇਸ ਪਾਸੇ ਟਿਕਟ ਵੀ ਲੱਗਦੀ ਹੈ। ਔਰ ਇਸ ਗੱਲ ਦਾ ਧਿਆਨ ਰੱਖਣਾ ਹੈ, ਐਡਰੈਸ ਹਮੇਸ਼ਾ ਅਸੀਂ ਆਪਣੀ ਚਿੱਠੀ ਦੇ ਖੱਬੇ ਪਾਸੇ ਲਿਖਣਾ ਹੁੰਦਾ ਹੈ। ਸੱਜੇ ਪਾਸੇ ਅਸੀਂ ਸਿਰਫ ਆਪਣਾ ਆਪ ਦਾ ਸਪੁੱਤਰ ਕਰਨ ਸਿੰਘ ਲਿਖ ਕੇ ਜਾਂ ਹੋਰ ਜੋ ਵੀ ਸ਼ਬਦ ਅਸੀਂ ਵਰਤ ਰਹੇ ਹਾਂ ਉਹ ਲਿਖਾਂਗੇ, ਔਰ ਖੱਬੇ ਪਾਸੇ ਅਸੀਂ ਐਡਰੈਸ ਜਿਹੜਾ ਉਹ ਲਿਖਾਂਗੇ। ਤਾਂ ਇੱਕ ਦੋ ਗੱਲਾਂ ਦਾ ਪਿਆਰੇ ਵਿਦਿਆਰਥੀਓ ਤੁਸੀਂ ਸਾਰਿਆਂ ਨੇ ਧਿਆਨ ਰੱਖਣਾ ਜਦੋਂ ਤੁਸੀਂ ਚਿੱਠੀ ਨੂੰ ਲਿਖਣਾ। ਜਦੋਂ ਵੀ ਅਸੀਂ ਚਿੱਠੀ ਲਿਖ ਰਹੇ ਹੁੰਦੇ ਹਾਂ ਤਾਂ ਇੱਕ ਤਾਂ ਕੌਮੇ ਔਰ ਡੰਡੀਆਂ ਦਾ ਅਸੀਂ ਖਾਸ ਤੌਰ 'ਤੇ ਧਿਆਨ ਰੱਖਣਾ ਕਿ ਕੌਮੇ ਡੰਡੀਆਂ ਦੀ ਅਸੀਂ ਵਰਤੋਂ ਕਿੱਥੇ ਕਿੱਥੇ ਕਰਨੀ ਹੈ ਔਰ ਕਿਵੇਂ ਕਿਵੇਂ ਕਰਨੀ ਹੈ। ਔਰ ਦੂਸਰੇ ਨੰਬਰ 'ਤੇ ਜੇ ਤੁਸੀਂ ਬੋਰਡ ਦੀ ਕਲਾਸ ਦੇ ਵਿੱਚ ਪੜ੍ਹ ਰਹੇ ਹੋ, ਭਾਵ ਕਿ ਤੁਸੀਂ 8ਵੀਂ 10ਵੀਂ ਜਾਂ +2 ਕਲਾਸ ਵਿੱਚ ਜੇ ਪੜ੍ਹ ਰਹੇ ਹੋ, ਤਾਂ ਤੁਸੀਂ ਕਿਤੇ ਵੀ ਇੱਥੇ ਆਪਣੇ ਸਕੂਲ ਦਾ ਨਾਮ ਨਹੀਂ ਲਿਖਣਾ ਔਰ ਨਾ ਹੀ ਤੁਸੀਂ ਕਿਤੇ ਆਪਣਾ ਨਾਮ ਲਿਖਣਾ ਹੈ। ਭਾਵ ਕਿ ਜਿੱਦਾਂ ਅਸੀਂ ਪ੍ਰੀਖਿਆ ਭਵਨ ਸ਼ਬਦ ਲਿਖਿਆ, ਉਸ ਤੋਂ ਬਾਅਦ ਤੁਸੀਂ ਬਿੰਦੀਆਂ ਬਿੰਦੀਆਂ ਲਗਾ ਕੇ ਅੱਗੇ ਸਕੂਲ ਲਿਖ ਦਿਓ ਔਰ ਤੀਜੇ ਨੰਬਰ 'ਤੇ ਬਿੰਦੀਆਂ ਬਿੰਦੀਆਂ ਡੈਸ਼ ਡੈਸ਼ ਲਗਾ ਕੇ ਤੁਸੀਂ ਸ਼ਹਿਰ ਜਾਂ ਪਿੰਡ ਲਿਖ ਦਿਓ। ਔਰ ਨਾਲ ਮਿਤੀ ਪਾਉਣ ਤੋਂ ਬਾਅਦ ਖੱਬੇ ਪਾਸੇ ਤੁਸੀਂ ਜੇ ਤੁਹਾਨੂੰ ਇੱਥੇ ਤੁਸੀਂ ਆਪਣੇ ਮਾਤਾ ਜੀ ਨੂੰ ਸਤਿ ਸ਼੍ਰੀ ਅਕਾਲ ਜਾਂ ਨਮਸਤੇ ਬੁਲਾਉਣ ਤੋਂ ਬਾਅਦ ਆਪਣੀ ਚਿੱਠੀ ਸ਼ੁਰੂ ਕਰੋ। ਔਰ ਇਸੇ ਤਰ੍ਹਾਂ ਜਦੋਂ ਤੁਹਾਡੀ ਚਿੱਠੀ ਦਾ ਅੰਤ ਹੁੰਦਾ ਤਾਂ ਅੰਤ 'ਤੇ ਵੀ ਤੁਸੀਂ ਆਪਣਾ ਨਾਮ, ਆਪਣਾ ਕਲਾਸ, ਔਰ ਸਭ ਤੋਂ ਪਹਿਲਾਂ ਤਾਂ ਨਾਮ, ਕਲਾਸ ਔਰ ਰੋਲ ਨੰਬਰ ਦੀ ਇੱਥੇ ਵਰਤੋਂ ਤੁਸੀਂ ਬਿਲਕੁਲ ਹੀ ਨਹੀਂ ਕਰਨੀ। ਕੋਈ ਵੀ ਚਿੱਠੀ ਤੁਸੀਂ ਲਿਖ ਰਹੇ ਹੋ, ਚਾਹੇ ਤੁਸੀਂ ਬੋਰਡ ਦੀ ਕਲਾਸ ਦੇ ਬੱਚੇ ਹੋ, ਚਾਹੇ ਤੁਸੀਂ ਨੌਨ ਬੋਰਡ ਕਲਾਸ ਦੇ ਬੱਚੇ ਹੋ, ਤੁਸੀਂ ਕਦੇ ਵੀ ਇੱਥੇ ਆਪਣਾ ਐਡਰੈਸ ਦੇ ਨਾਲ ਜਿੱਥੇ ਤੁਸੀਂ ਆਪਦਾ ਨਾਮ ਲਿਖ ਰਹੇ ਹੋ ਸਿਰਫ ਆਪਣਾ ਨਾਮ ਲਿਖਣਾ ਹੈ। ਉਸ ਤੋਂ ਇਲਾਵਾ ਆਪਣੀ ਕਲਾਸ, ਆਪਣਾ ਸੈਕਸ਼ਨ ਜਾਂ ਆਪਣਾ ਰੋਲ ਨੰਬਰ ਨਹੀਂ ਲਿਖਣਾ। ਚਾਹੇ ਤੁਸੀਂ ਬੋਰਡ ਦੀ ਕਲਾਸ ਦੇ ਬੱਚੇ ਹੋ, ਚਾਹੇ ਤੁਸੀਂ ਨੌਨ ਬੋਰਡ ਕਲਾਸ ਦੇ ਬੱਚੇ ਹੋ। ਬਸ ਇੰਨਾ ਧਿਆਨ ਰੱਖਣਾ ਕਿ ਜੇ ਤੁਸੀਂ ਬੋਰਡ ਦੀ ਕਲਾਸ ਦੇ ਬੱਚੇ ਹੋ ਤਾਂ ਤੁਸੀਂ ਕਿਤੇ ਵੀ ਉੱਥੇ ਆਪਦਾ ਨਾਮ ਥੱਲੇ ਨਹੀਂ ਲਿਖੋਗੇ, ਸਿਰਫ ਤੁਸੀਂ ਲਿਖੋਗੇ ਆਪ ਦਾ ਪੁੱਤਰ, ਥੱਲੇ ਆਪਣਾ ਨਾਮ ਲਿਖਣ ਦੀ ਥਾਂ 'ਤੇ ਉੱਥੇ ਬਿੰਦੀਆਂ ਲਗਾ ਦੋਗੇ। ਔਰ ਖੱਬੇ ਪਾਸੇ ਤੁਸੀਂ ਜਿਹੜਾ ਐਡਰੈਸ ਲਿਖਣਾ ਹੈ ਉਹ ਤੁਸੀਂ ਐਡਰੈਸ ਲਿਖ ਸਕਦੇ ਹੋ। ਉਹ ਚਾਹੇ ਤੁਸੀਂ ਬੋਰਡ ਦੀ ਕਲਾਸ ਦੇ ਬੱਚੇ ਹੋ, ਚਾਹੇ ਤੁਸੀਂ ਨੌਨ ਬੋਰਡ ਕਲਾਸ ਦੀ ਹੋ। ਬੋਰਡ ਦੀ ਕਲਾਸ ਦਾ ਭਾਵ ਮੇਰਾ 8ਵੀਂ 10ਵੀਂ ਜਾਂ +2, ਔਰ ਨੌਨ ਬੋਰਡ ਕਲਾਸਾਂ ਭਾਵ 6ਵੀਂ 7ਵੀਂ 9ਵੀਂ ਔਰ 11ਵੀਂ। ਇਹ ਕਲਾਸਾਂ ਦੇ ਬੱਚੇ ਜਿਸ ਤਰ੍ਹਾਂ ਮੈਂ ਤੁਹਾਨੂੰ ਇਹ ਚਿੱਠੀ ਦੇ ਵਿੱਚ ਲਿਖਾਇਆ ਇਸੇ ਤਰ੍ਹਾਂ ਹੀ ਲਿਖ ਸਕਦੇ ਆ। ਪਰ ਜੇ ਬੋਰਡ ਕਲਾਸ ਵਾਲੇ ਬੱਚੇ ਉਹ ਆਪਣਾ ਨਾਮ ਜਾਂ ਐਡਰੈਸ ਕੋਈ ਵੀ ਇੱਥੇ ਰੋਲ ਨੰਬਰ ਨਹੀਂ ਲਿਖਣਗੇ। ਔਰ ਹਾਂ, ਐਡਰੈਸ ਦੇ ਵਿੱਚ ਤੁਸੀਂ ਨਾਮ ਲਿਖ ਸਕਦੇ ਹੋ। ਜਿੱਦਾਂ ਅਸੀਂ ਇਸ ਚਿੱਠੀ ਦੇ ਵਿੱਚ ਆਪਣੇ ਮਾਤਾ ਜੀ ਨੂੰ ਅਸੀਂ ਚਿੱਠੀ ਲਿਖੀ ਹੈ ਤਾਂ ਤੁਸੀਂ ਮਾਤਾ ਜੀ ਦਾ ਕੋਈ ਵੀ ਨਾਮ ਇੱਥੇ ਥੱਲੇ ਲਿਖ ਸਕਦੇ ਹੋ। ਕੋਈ ਵੀ ਐਡਰੈਸ ਜਿਹੜਾ ਤੁਸੀਂ ਬਣਾਉਣਾ ਚਾਹੋ ਉਹ ਬਣਾ ਸਕਦੇ ਹੋ। ਇਸ ਤਰ੍ਹਾਂ ਤੁਹਾਡੀ ਜਿਹੜੀ ਚਿੱਠੀ ਇਹ
ਇਹ ਪੂਰੀ ਹੋ ਜਾਏਗੀ ਔਰ ਇਸ ਤਰ੍ਹਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ। ਸੋ ਮੈਂ ਉਮੀਦ ਕਰਾਂਗਾ ਕਿ ਸਾਰੇ ਬੱਚਿਆਂ ਨੂੰ ਅੱਜ ਵਾਲੀ ਚਿੱਠੀ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਗਈ ਹੋਵੇਗੀ। ਔਰ ਜੇ ਤੁਹਾਨੂੰ ਇਹ ਕਿਸੇ ਟਾਈਮ ਪੇਪਰ ਦੇ ਵਿੱਚ ਇਹ ਚਿੱਠੀ ਲਿਖਣੀ ਪਵੇ ਤਾਂ ਮੈਨੂੰ ਉਮੀਦ ਹੈ ਕਿ ਸਾਰੇ ਬੱਚੇ ਇਸ ਚਿੱਠੀ ਨੂੰ ਬਹੁਤ ਵਧੀਆ ਢੰਗ ਨਾਲ ਲਿਖਣਗੇ ਔਰ ਇਹਦੇ ਵਿੱਚੋਂ ਬਹੁਤ ਵਧੀਆ ਨੰਬਰ ਪ੍ਰਾਪਤ ਕਰਨਗੇ। ਸੋ ਅੱਜ ਦੇ ਲਈ ਇੰਨਾ ਹੀ। ਸਾਰੇ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।